Hello dear students, welcome again to our channel How to Simplify. Please subscribe it to get the regular updates about new topics. We have already discussed about linear programming problems, formulation, graphic method, simplex method for maximization as well as for minimization, and a special case in feasibility. If anyone has any doubt or difficulties, please feel free to write in comments or contact us by email or join Facebook group mentioned in the description. Today we are going to discuss a new topic, that is special case of simplex method, degeneracy, which normally confuses the students. I am trying my best to simplify it so that you can understand it in easy and simple way. Let's come to the topic. ਅੱਜ ਅਸੀਂ ਡੀਜਨਰੇਸੀ ਬਾਰੇ ਡਿਸਕਸ ਕਰ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਡੀਜਨਰੇਸੀ ਨੂੰ ਸਿੰਪਲ ਵਰਡਸ 'ਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ। ਡੀਜਨਰੇਸੀ ਸਿੰਪਲੀ ਅਗਰ ਆਪਾਂ ਇੱਕ ਡਿਸਕ੍ਰਿਪਟਿਵ ਲੈਂਗੁਏਜ ਵਿੱਚ ਬੋਲਣਾ ਹੋਵੇ ਤਾਂ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਸਾਡੀਆਂ ਸੋਲੂਸ਼ਨ ਵੈਲਿਊਜ਼ ਰਾਈਟ ਹੈਂਡ ਸਾਈਡ ਕੰਸਟੇਂਟਸ ਰਾਈਟ 0 ਬਣ ਜਾਣ, ਮੀਨਜ਼ ਇਨੀਸ਼ੀਅਲੀ ਸਟੇਜ ਵਿੱਚ ਵੀ ਰਾਈਟ ਹੈਂਡ ਸਾਈਡ ਕੰਸਟੈਂਟ 0 ਹੋ ਸਕਦੀ ਹੈ, ਜਾਂ ਡਿਊਰਿੰਗ ਇਟਰੇਸ਼ਨ ਜਦੋਂ ਅਸੀਂ ਨਿਊ ਟੇਬਲ ਫਾਰਮੂਲੇਟ ਕਰ ਰਹੇ ਹਾਂ ਉਦੋਂ ਵੀ ਉਹ 0 'ਚ ਕਨਵਰਟ ਹੋ ਸਕਦੀ ਹੈ। ਜਦੋਂ ਉਹਨਾਂ ਵਿੱਚੋਂ ਇਹ 0 'ਚ ਕਨਵਰਟ ਹੋ ਜਾਂਦੀ ਆ, ਅਸੀਂ ਕਹਿ ਦਿੰਦੇ ਹਾਂ ਕਿ ਸਿੰਪਲੈਕਸ ਮੈਥਡ ਦੇ ਵਿੱਚ ਡੀਜਨਰੇਸੀ ਆ ਗਈ। ਰਾਈਟ, ਜਿਹੜੀ ਡੀਜਨਰੇਸੀ ਆ ਬੇਸਿਕਲੀ ਉਹਦਾ ਮੇਨ ਕਾਜ਼ ਹੁੰਦਾ ਆ ਰਿਡੰਡੈਂਟ ਕੰਸਟਰੇਂਟ। ਰਿਡੰਡੈਂਟ ਕੰਸਟਰੇਂਟ ਦਾ ਮਤਲਬ ਕਿ ਕਈ ਵਾਰ ਕੁਛ ਕੰਸਟਰੇਂਟਸ ਇਹੋ ਜਿਹੀਆਂ ਹੁੰਦੀਆਂ ਸੋਲੂਸ਼ਨ 'ਚ, ਅਗਰ ਅਸੀਂ ਉਹਨਾਂ ਨੂੰ ਸੋਲੂਸ਼ਨ ਦੇ ਵਿੱਚੋਂ ਰਿਮੂਵ ਵੀ ਕਰ ਦਈਏ ਤਾਂ ਸੋਲੂਸ਼ਨ ਦੇ ਉੱਤੇ ਕੋਈ ਇਫੈਕਟ ਨਹੀਂ ਆਉਂਦਾ। ਸੋਲੂਸ਼ਨ ਐਜ਼ ਇਟ ਇਜ਼ ਸੇਮ ਸੋਲੂਸ਼ਨ ਔਰ ਸੇਮ ਵੈਲਿਊਜ਼ ਦਿੰਦਾ ਰਹਿੰਦਾ ਆ। ਇਸ ਕਰਕੇ ਰਿਡੰਡੈਂਟ ਕੰਸਟਰੇਂਟ ਹੋਣ ਕਰਕੇ ਸਮ ਟਾਈਮ ਜਿਹੜਾ ਸਾਡਾ ਸਿੰਪਲੈਕਸ ਮੈਥਡ ਆ, ਜਦੋਂ ਡੀਜਨਰੇਸੀ ਆ ਜਾਂਦੀ ਆ ਤਾਂ ਉਹ ਬਹੁਤ ਲੈਂਥੀ ਹੋ ਜਾਂਦਾ ਆ। ਸਾਨੂੰ ਜ਼ਿਆਦਾ ਐਕਸਟਰਾ ਇਟਰੇਸ਼ਨਸ ਕਰਨੀਆਂ ਪੈਂਦੀਆਂ ਆ, ਜ਼ਿਆਦਾ ਟੇਬਲ ਬਣਾਉਣੇ ਪੈਂਦੇ ਆ। ਸਮ ਟਾਈਮ ਸਾਈਕਲੀਕਲ ਟਾਈਪ ਹੋ ਜਾਂਦਾ। ਸਾਈਕਲੀਕਲ ਮਤਲਬ ਇੱਕੋ ਹੀ ਵੈਲਿਊਜ਼ ਵਾਰ-ਵਾਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਔਰ ਕਈ ਵਾਰ ਇਨਫਾਈਨਟ ਟੇਬਲਸ ਵਾਲੀ ਸਿਚੁਏਸ਼ਨ ਬਣ ਜਾਂਦੀ ਹੈ। ਬਟ ਰੀਅਲ ਲਾਈਫ ਵਿੱਚ ਬਹੁਤ ਰੇਅਰ ਕੇਸ ਹੈ ਇੱਦਾਂ ਹੋਵੇ, ਬਟ ਫਿਰ ਵੀ ਸਾਡੀ ਥੋੜ੍ਹੀ ਟਾਈਮ ਵੇਸਟੇਜ ਹੈ। ਔਰ ਇਹਦੀ ਸਾਡੇ ਕੋਲ ਪਛਾਣ ਕੀ ਹੁੰਦੀ ਹੈ ਕਿ ਜਦੋਂ ਅਸੀਂ ਸਿੰਪਲੈਕਸ ਟੇਬਲ ਵਿੱਚ ਜਾਂ ਤਾਂ ਇਨੀਸ਼ੀਅਲੀ 0 ਹੋ ਗਿਆ ਰਾਈਟ ਹੈਂਡ ਸਾਈਡ ਕੰਸਟੈਂਟ, ਅਗਰ ਸ਼ੁਰੂ 'ਚ 0 ਨਹੀਂ ਹੈਗੀਆਂ, ਅਤੇ ਡਿਊਰਿੰਗ ਸੋਲੂਸ਼ਨ ਜਦੋਂ ਅਸੀਂ ਲੀਸਟ ਪੋਜ਼ੀਟਿਵ ਰੇਸ਼ੋ ਲੈਂਦੇ ਹਾਂ ਅਤੇ ਉਹ ਕਈ ਵਾਰ ਉਹ ਲੀਸਟ ਪੋਜ਼ੀਟਿਵ ਰੇਸ਼ੋ ਦੇ ਵਿੱਚ ਟਾਈ ਆ ਜਾਂਦੀ ਹੈ। ਸਾਡੀ ਜਿੱਥੋਂ ਟਾਈ ਆ ਜਾਵੇ ਉੱਥੋਂ ਸਾਨੂੰ ਇਸ ਚੀਜ਼ ਦੀ ਜਜਮੈਂਟ ਸਟਾਰਟ ਹੋ ਜਾਂਦੀ ਹੈ ਕਿ ਨੈਕਸਟ ਸਟੇਜ ਵਿੱਚ ਸੋਲੂਸ਼ਨ ਡੀਜਨਰੇਟ ਹੋਣ ਜਾ ਰਿਹਾ ਆ। ਅਗਰ ਅਸੀਂ ਉਸ ਵੇਲੇ ਲੀਸਟ ਪੋਜ਼ੀਟਿਵ ਦੀ ਐਕੂਰੇਟ ਡਿਸੀਜ਼ਨ ਲੈ ਲਿਆ, ਅਸੀਂ ਜਿਹੜੀ ਰੋ ਨੂੰ ਕੀ ਰੋ ਅਗਰ ਕਰੈਕਟ ਕੀ ਰੋ ਨੂੰ ਅਸੀਂ ਅਸੈਪਟ ਕਰ ਲਿਆ ਰੋਂਗ ਦੀ ਜਗ੍ਹਾ 'ਤੇ ਸਾਡੀ ਡੀਜਨਰੇਸੀ ਦਾ ਇਫੈਕਟ ਘੱਟ ਆਏਗਾ। ਅਗਰ ਅਸੀਂ ਰੋਂਗ ਕਰ ਲਿਆ ਤਾਂ ਕਈ ਵਾਰ ਸਾਡੇ ਬਾਰ-ਬਾਰ ਸਿੰਪਲੈਕਸ ਟੇਬਲ ਬਣ ਜਾਂਦੇ ਆ। ਅਸੀਂ ਮੇਨਲੀ ਇੱਥੇ ਕੁਐਸਚਨ 'ਚ ਇਹੀ ਡਿਸਕਸ ਕਰਨਾ ਆ ਅਤੇ ਅਸੀਂ ਕਿਹੜੀ ਰੋ ਸਿਲੈਕਟ ਕਰੀਏ ਔਰ ਕਿਹਨਾਂ ਸਿਚੁਏਸ਼ਨ ਦੇ ਵਿੱਚ ਅਸੀਂ ਕਿਹੜੀਆਂ ਪੋਲਿਸੀਜ਼ ਫੋਲੋ ਕਰੀਏ। ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਵਿਦਆਊਟ ਡੀਜਨਰੇਸੀ ਔਰ ਵਿਦ ਡੀਜਨਰੇਸੀ ਸਿੰਪਲੈਕਸ ਮੈਥਡ 'ਤੇ ਕੀ ਅਸਰ ਹੁੰਦਾ ਆ। ਸਭ ਤੋਂ ਪਹਿਲਾਂ ਜਦੋਂ ਡੀਜਨਰੇਸੀ ਨਾ ਹੋਵੇ, ਨੋਰਮਲ ਸੋਲੂਸ਼ਨ ਹੋਵੇ, ਅਤੇ ਸਾਡਾ ਸੋਲੂਸ਼ਨ ਹਰੇਕ ਇਟਰੇਸ਼ਨ ਤੋਂ ਬਾਅਦ ਚੇਂਜ ਹੁੰਦਾ ਆ, ਵੈਲਿਊ ਇੰਪਰੂਵ ਹੁੰਦੀ ਆ। ਅਗਰ ਮੈਕਸੀਮਾਈਜੇਸ਼ਨ ਹੈ ਤਾਂ ਮੈਕਸੀਮਾਈਜ਼ ਹੋਏਗਾ, ਅਗਰ ਮਿਨੀਮਾਈਜੇਸ਼ਨ ਹੈ ਤਾਂ ਮਿਨੀਮਾਈਜ਼ ਹੋਏਗਾ। ਲੇਕਿਨ ਡੀਜਨਰੇਸੀ ਨਾਲ ਸਾਡਾ ਸੇਮ ਸੋਲੂਸ਼ਨ ਬਾਰ-ਬਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਆਬਜੈਕਟਿਵ ਵੈਲਿਊ ਸਾਡੀ ਹਰ ਵਾਰ ਸੇਮ ਰਹਿਣੀ ਸ਼ੁਰੂ ਹੋ ਜਾਂਦੀ ਹੈ। ਸਿੰਪਲੈਕਸ ਮੈਥਡ ਨੋਰਮਲੀ ਫਾਈਨਾਈਟ ਨੰਬਰ ਹੁੰਦੇ ਆ, ਫਿਕਸ ਨੰਬਰ ਆਫ ਟੇਬਲ ਆ 4-5, ਲੇਕਿਨ ਜਦੋਂ ਡੀਜਨਰੇਸੀ ਆ ਜਾਂਦੀ ਆ ਉਸ ਵੇਲੇ ਉਹ ਇਨਫਾਈਨਾਈਟ ਹੋ ਸਕਦੇ ਆ, ਸਾਈਕਲ ਬਣ ਸਕਦੇ ਆ। ਬਟ ਇਹਨੂੰ ਫਾਈਨਾਈਟ ਬਣਾਉਣ ਲਈ ਸਾਡੇ ਕੋਲ ਬਲੈਂਡ ਰੂਲ ਹੈ ਜਾਂ ਹੋਰ ਵੀ ਕਈ ਅਪਰੋਚਿਸ ਹੈਗੀਆਂ, ਉਹ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਜਦੋਂ ਡੀਜਨਰੇਸੀ ਨਾ ਹੋਵੇ ਤਾਂ ਸਾਡਾ ਸੋਲੂਸ਼ਨ ਦੋ ਅਲੱਗ-ਅਲੱਗ ਵੈਲਿਊਜ਼ ਦਿੰਦਾ ਆ। ਮੀਨਸ ਪਹਿਲੇ ਟੇਬਲ ਵਿੱਚ ਅਲੱਗ ਵੇਰੀਏਬਲਸ ਦੀ ਅਲੱਗ ਵੈਲਿਊ ਸੀ ਅਤੇ ਜ਼ੈਡ ਦੀ ਵੈਲਿਊ ਅਲੱਗ ਸੀ, ਨੈਕਸਟ ਟੇਬਲ 'ਚ ਚੇਂਜ ਹੋਏਗੀ। ਲੇਕਿਨ ਜਦੋਂ ਡੀਜਨਰੇਸੀ ਆ ਗਏ, ਸਾਡੇ ਬੇਸਿਕ ਵੇਰੀਏਬਲ ਦੀਆਂ ਵੈਲਿਊਜ਼ ਅਲੱਗ-ਅਲੱਗ ਹੋ ਵੀ ਜਾਣ ਬਟ ਜ਼ੈਡ ਵੈਲਿਊਜ਼ ਸੇਮ ਰਹਿੰਦੀ ਹੈ। ਰਾਈਟ, ਹੁਣ ਆਪਾਂ ਥੋੜ੍ਹਾ ਜਿਹਾ ਸਟਾਰਟ ਕਰਦੇ ਹਾਂ ਨੈਕਸਟ ਵਿਦ ਐਗਜ਼ਾਮਪਲ। ਮੇਰੇ ਕੋਲ ਇੱਕ ਮੈਕਸੀਮਾਈਜੇਸ਼ਨ ਦੀ ਐਗਜ਼ਾਮਪਲ ਆ, z = 50x + 40y, subject to constraint है 3x + 5y <= 175, y <= 20, 8x + 5y <= 300 और ਸਾਰੀਆਂ ਸਾਡੇ ਕੋਲ ਵੇਰੀਏਬਲਸ ਆ ਉਹ ਸਾਰੇ ਪੋਜ਼ੀਟਿਵ ਅਸੀਂ ਅਜ਼ਿਊਮ ਕਰ ਰਹੇ ਹਾਂ। ਫਸਟ ਆਫ ਆਲ ਅਸੀਂ
ਇਨਇਕੁਏਸ਼ਨ ਰਿਮੂਵ ਕਰਾਂਗੇ, ਇਨਇਕੁਐਲਿਟੀ ਰਿਮੂਵ ਕਰਾਂਗੇ ਕਿਉਂਕਿ ਸਾਰੀਆਂ ਕੰਸਟੇਂਟ ਲੈਸ ਦੈਨ ਇਕੁਅਲ ਟੂ ਆ, ਅਤੇ ਅਸੀਂ ਸਲੈਕ ਵੇਰੀਏਬਲ ਇਹਦੇ ਵਿੱਚ ਐਡ ਕਰਾਂਗੇ, ਰਾਈਟ। ਸਾਰੀਆਂ ਕੰਸਟੇਂਟ ਵਿੱਚ ਸਲੈਕ ਵੇਰੀਏਬਲ ਐਡ ਹੋਣ ਤੋਂ ਬਾਅਦ ਇਨਇਕੁਏਸ਼ਨ ਹੁਣ ਇਕੁਏਸ਼ਨ 'ਚ ਕਨਵਰਟਸ ਹੋ ਗਈਆਂ। ਪਲੱਸ S1 ਫਸਟ ਇਕੁਏਸ਼ਨ 'ਚ S1 ਆ ਰਹੀ ਹੈ, ਸੈਕੰਡ 'ਚ S2 ਆ ਰਹੀ ਹੈ, ਔਰ ਥਰਡ 'ਚ S3, ਔਰ ਹੁਣ ਲੈਸ ਦੈਨ ਇਕੁਅਲ ਟੂ ਦੀ ਜਗ੍ਹਾ 'ਤੇ ਅਸੀਂ ਇਕੁਅਲ ਟੂ ਸਾਈਨ ਯੂਜ਼ ਕਰ ਰਹੇ ਹਾਂ। ਹੁਣ ਸਾਡੇ ਕੋਲ 5 ਵੇਰੀਏਬਲ ਹੋ ਗਏ, ਔਰ ਸਾਰੇ ਦੇ ਸਾਰੇ ਵੇਰੀਏਬਲ ਅਸੀਂ ਪੋਜ਼ੀਟਿਵ ਅਜ਼ਿਊਮ ਕਰ ਰਹੇ ਹਾਂ। ਔਰ ਹੁਣ ਅਸੀਂ ਇਹਨੂੰ ਕੰਪਲੀਟ ਟੇਬਲ ਫਾਰਮੂਲੇਸ਼ਨ ਬਣਾਉਣ ਦੇ ਲਈ ਸਾਰਿਆਂ ਨੂੰ ਅਸੀਂ ਕੰਪਲੀਟ ਇੱਕ ਮਾਡਲ ਬਣਾਵਾਂਗੇ ਕਿ ਸਾਰੇ ਵੇਰੀਏਬਲ ਹਰੇਕ ਇਕੁਏਸ਼ਨ ਦੇ ਵਿੱਚ ਸ਼ੋ ਕਰਾਂਗੇ, ਇਨਕਲੂਡਿੰਗ ਆਬਜੈਕਟਿਵ ਫੰਕਸ਼ਨ ਵਾਲੀ ਇਕੁਏਸ਼ਨ ਦੇ ਵਿੱਚ। ਮੇਰੀ ਆਬਜੈਕਟਿਵ ਫੰਕਸ਼ਨ ਦੀ ਇਕੁਏਸ਼ਨ ਦੇ ਵਿੱਚ ਤਿੰਨੋਂ ਮੈਂ S ਇੰਟਰੋਡਿਊਸ ਕਰ ਦਿੱਤੇ ਜ਼ੀਰੋ ਕੋਫੀਸ਼ੀਐਂਟ ਲਗਾ ਕੇ। ਕਿਉਂ ਲਗਾਏ ਆ ਇਹਦੇ ਬਾਰੇ ਮੈਂ ਆਪਣੇ ਪ੍ਰੀਵੀਅਸ ਵੀਡੀਓਜ਼ 'ਚ ਦੱਸ ਚੁੱਕਾ ਹਾਂ, ਅਗਰ ਕੋਈ ਡਾਊਟ ਹੋਵੇ ਤੁਸੀਂ ਉਹ ਦੁਬਾਰਾ ਦੇਖ ਸਕਦੇ ਆ। ਫਸਟ ਇਕੁਏਸ਼ਨ ਵਿੱਚ S1 ਇਨਕਲੂਡ ਕੀਤਾ ਸੀ, S2 ਔਰ S3 ਉਹਦਾ ਪਾਰਟ ਨਹੀਂ ਸੀ, ਇਸ ਕਰਕੇ ਮੈਂ ਉਹਦੇ ਵਿੱਚ ਦੋਨੋਂ ਜ਼ੀਰੋ ਲਗਾ ਕੇ ਨਾਲ ਕੋਫੀਸ਼ੀਐਂਟ ਐਡ ਕਰਤੇ। ਸਿਮਿਲਰਲੀ ਸੈਕੰਡ ਵਿੱਚ X ਔਰ S1 ਔਰ S3 ਉਹਦਾ ਪਾਰਟ ਨਹੀਂ ਸੀ, ਉਹਨਾਂ ਨੂੰ ਮੈਂ ਜ਼ੀਰੋ ਲਗਾ ਕੇ ਸ਼ੋ ਕਰ ਦਿੱਤਾ। ਥਰਡ ਦੇ ਵਿੱਚ S1 ਔਰ S2 ਉਸ ਇਕੁਏਸ਼ਨ ਦਾ ਹਿੱਸਾ ਨਹੀਂ ਸੀ, ਇਸ ਕਰਕੇ ਮੈਂ ਉਹਨੂੰ ਜ਼ੀਰੋ ਕੋਫੀਸ਼ੀਐਂਟ ਲਾ ਕੇ ਕਰ ਦਿੱਤਾ। ਹੁਣ ਆਪਾਂ ਸਿੰਪਲੈਕਸ ਟੇਬਲ ਬਣਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਉੱਪਰ ਆਬਜੈਕਟਿਵ ਫੰਕਸ਼ਨ ਦੇ ਕੋਫੀਸ਼ੀਐਂਟ ਲਿਖੇ ਆ ਟੌਪ ਰੋ ਦੇ ਵਿੱਚ, ਫਿਰ ਮੈਂ ਸਾਰੇ ਵੇਰੀਏਬਲ ਮੈਂਸ਼ਨ ਕੀਤੇ ਆ। ਨੰਬਰ ਫਸਟ ਕਾਲਮ ਦੇ ਵਿੱਚ ਸੇਮ ਕੋਫੀਸ਼ੀਐਂਟ ਜਿਹੜੇ ਮੈਂ ਟੌਪ ਰੋ ਦੇ ਵਿੱਚ ਲਿਖੇ ਆ। ਉਸ ਤੋਂ ਬਾਅਦ ਬੇਸਿਕ ਵੇਰੀਏਬਲ, ਸਾਡੇ ਕੋਲ ਇਨੀਸ਼ੀਅਲ ਸਟੇਜ ਵਿੱਚ ਜਿਹੜੇ ਬੇਸਿਕ ਵੇਰੀਏਬਲ ਹੁੰਦੇ ਆ ਉਹ ਸਿਰਫ ਸਲੈਕ ਵੇਰੀਏਬਲ ਹੁੰਦੇ ਆ। ਸੋਲੂਸ਼ਨ ਵੈਲਿਊਜ਼ ਮੀਨਸ ਰਾਈਟ ਹੈਂਡ ਸਾਈਡ ਕੰਸਟੇਂਟ, x ਦਾ ਕੋਫੀਸ਼ੀਐਂਟ, y ਦਾ ਕੋਫੀਸ਼ੀਐਂਟ, S1 S2 ਔਰ S3 ਦੇ ਕੋਫੀਸ਼ੀਐਂਟ। ਸਿਮਿਲਰਲੀ ਸੈਕੰਡ ਰੋ ਵਿੱਚ ਸੈਕੰਡ ਬੇਸਿਕ ਵੇਰੀਏਬਲ S2 ਆ, ਉਹਨਾਂ ਦੀ ਰਾਈਟ ਹੈਂਡ ਸਾਈਡ ਕੰਸਟੇਂਟ, x ਦਾ ਕੋਫੀਸ਼ੀਐਂਟ, y ਦਾ, S1 S2। ਥਰਡ ਰੋ ਵਿੱਚ S3 ਬੇਸਿਕ ਵੇਰੀਏਬਲ ਆ, ਉਹਦਾ ਰਾਈਟ ਹੈਂਡ ਸਾਈਡ ਕੰਸਟੇਂਟ, ਔਰ ਸਾਰੇ ਵੇਰੀਏਬਲਸ ਦੇ ਕੋਫੀਸ਼ੀਐਂਟ ਮੈਂ ਮੈਂਸ਼ਨ ਕੀਤੇ। ਹੁਣ ਨੈਕਸਟ ਆਪਾਂ ਇਹਨਾਂ ਦੀ ਸੋਲੂਸ਼ਨ ਵੈਲਿਊਜ਼ ਕਾਊਂਟ ਕਰਾਂਗੇ ZJ ਦੀ ਫਾਰਮ ਵਿੱਚ। ਮੈਂ ਲਾਸਟ ਵੀਡੀਓਜ਼ 'ਚ ਐਕਸਪਲੇਨ ਕੀਤਾ ਸੀ ਕਿ CJ ਵਾਲੇ ਕਾਲਮ ਨੂੰ ਅਸੀਂ ਵਾਰੀ ਸਾਰੇ ਕਾਲਮ ਦੇ ਨਾਲ ਮਲਟੀਪਲਾਈ ਕਰਦੇ ਹਾਂ ਔਰ ਉਹਨਾਂ ਦਾ ਸਮ ਕਰਦੇ ਹਾਂ। ਸਮ ਕਰਕੇ ਜੋ ਸਾਡੇ ਕੋਲ ਵੈਲਿਊਜ਼ ਆਉਂਦੀਆਂ ਦੈਟ ਇਜ਼ ਵੈਲਿਊਜ਼ ਆਫ ਸੋਲੂਸ਼ਨ ਔਰ ਵੈਲਿਊਜ਼ ਆਫ ZJ। ਕਿਉਂਕਿ ਫਸਟ ਸਟੇਜ ਵਿੱਚ CJ ਦੇ ਸਾਰੇ ਕੋਫੀਸ਼ੀਐਂਟ ਜ਼ੀਰੋ ਆ, ਇਸ ਕਰਕੇ ਉਹ ਜਿਹਦੇ ਨਾਲ ਵੀ ਮਲਟੀਪਲਾਈ ਹੋਏਗਾ ਜ਼ੀਰੋ ਬਣਨਗੇ ਔਰ ਉਹਨਾਂ ਦਾ ਸਮ ਵੀ ਜ਼ੀਰੋ ਹੀ ਹੋਏਗਾ, ਰਾਈਟ। 0 × 175, 0 × 20, 0 × 300 ਸਮ ਕਰ ਲਿਆ। ਸਿਮਿਲਰਲੀ ਸਾਰੇ ਕਾਲਮ ਨਾਲ ਕੀਤਾ, ਸਾਰੀਆਂ ਵੈਲਿਊਜ਼ ਜ਼ੀਰੋ ਹੋ ਗਈਆਂ। ਹੁਣ ਅਸੀਂ ਟੇਬਲ ਰਿਵਾਈਜ਼ ਕਰਨ ਦੇ ਲਈ ਸ਼ੈਡੋ ਪ੍ਰਾਈਸਿਸ ਕਾਊਂਟ ਕਰਨੇ ਹੁੰਦੇ ਆ, ਅਪਰਚੁਨਿਟੀ ਕਾਸਟ ਕੈਲਕੂਲੇਟ ਕਰਨੀ ਹੁੰਦੀ ਆ, ਉਹ ਅਸੀਂ ਇੰਡੈਕਸ ਰੋ ਵਿੱਚ ਕਰਦੇ ਹਾਂ। ਟੌਪ ਰੋ ਜਿਹੜੇ ਕੋਫੀਸ਼ੀਐਂਟ ਆਫ ਆਬਜੈਕਟਿਵ ਫੰਕਸ਼ਨ ਹੈ ਉਹਦੇ ਵਿੱਚੋਂ ਸੋਲੂਸ਼ਨ ਵੈਲਿਊਜ਼ ਨੂੰ ਮਾਈਨਸ ਕਰਨਾ। ਸਾਡੇ ਕੋਲ ਫਸਟ X ਵਾਲੇ ਕਾਲਮ ਦੀ ਕੋਫੀਸ਼ੀਐਂਟ ਹੈਗਾ 50 ਔਰ ਉਹਦੀ ਸੋਲੂਸ਼ਨ ਵੈਲਿਊ 0 ਆ। 50 - 0 50, 40 - 0 40, ਦੈਨ 0 - 0 ਐਂਡ 0 - 0। ਸਾਡੀਆਂ ਸਾਰੀਆਂ ਵੈਲਿਊਜ਼ ਆ ਗਈਆਂ। ਇਹ ਸਾਨੂੰ ਸ਼ੈਡੋ ਪ੍ਰਾਈਸਿਸ ਸ਼ੋ ਕਰ ਰਹੀਆਂ ਹੈ। ਅਪਰਚੁਨਿਟੀ ਕਾਸਟ ਕਿ ਅਗਰ ਅਸੀਂ 50 ਨੂੰ ਸੋਲੂਸ਼ਨ 'ਚ ਇਨਕਲੂਡ ਕਰਾਂਗੇ ਤਾਂ ਸਾਡੀਆਂ ਜਿਹੜਾ ਸੋਲੂਸ਼ਨ ਆ 50 ਟਾਈਮ ਰਾਈਜ਼ ਹੋ ਜਾਏਗਾ, ਅਗਰ 40 ਕਰਾਂਗੇ ਤਾਂ 40 ਟਾਈਮ ਰਾਈਜ਼ ਹੋ ਜਾਏਗਾ। ਮੈਕਸੀਮਾਈਜੇਸ਼ਨ ਦੀ ਪ੍ਰੋਬਲਮ ਆ, ਵੀ ਨੀਡ ਹਾਇਰ ਵੈਲਿਊ, ਇਸ ਕਰਕੇ ਅਸੀਂ ਕੀ ਕਰਦੇ ਹਾਂ, ਅਸੀਂ ਮੋਸਟ ਪੋਜ਼ੀਟਿਵ ਵੈਲਿਊ ਸਿਲੈਕਟ ਕਰਦੇ ਹਾਂ। ਔਰ ਮੋਸਟ ਪੋਜ਼ੀਟਿਵ ਵੈਲਿਊ ਸਾਡੇ ਕੋਲ ਕਿਹੜੀ ਆ ਰਹੀ ਆ, ਸਾਡੇ ਕੋਲ ਮੋਸਟ ਪੋਜ਼ੀਟਿਵ ਵੈਲਿਊ 50 ਆ ਰਹੀ ਆ। ਜਿਹੜੀ ਅਸੀਂ ਵੈਲਿਊ ਸਿਲੈਕਟ ਕੀਤੀ ਉਹ ਸਾਰਾ ਕਾਲਮ ਸਿਲੈਕਟ ਕਰ ਲਾਂਗੇ। ਕਾਲਮ ਦਾ X ਵਾਲਾ ਕਾਲਮ ਆ ਉਹ ਸਾਡਾ ਕੀ ਕਾਲਮ ਬਣ ਗਿਆ, ਔਰ ਵੇਰੀਏਬਲ X ਆ ਉਹਦੇ ਵਿੱਚ ਉਹ ਸਾਡਾ ਇੰਟਰ ਕਰੇਗਾ ਸੋਲੂਸ਼ਨ ਦੇ ਵਿੱਚ। ਨੈਕਸਟ ਸਟੇਜ ਦੇ ਵਿੱਚ ਇਹ ਸਾਡਾ ਇੰਟਰਿੰਗ ਵੇਰੀਏਬਲ ਹੋ ਗਿਆ। ਹੁਣ ਅਸੀਂ X ਵਾਲੇ ਕਾਲਮ ਦੀ ਰੇਸ਼ੋ ਸੋਲੂਸ਼ਨ ਵੈਲਿਊਜ਼ B ਵਾਲੇ ਕਾਲਮ ਦੇ ਨਾਲ ਦੇਖਾਂਗੇ, ਰਾਈਟ। ਔਰ ਉਹ ਸਾਨੂੰ ਡਿਸਾਈਡ ਕਰੇਗਾ ਕਿ ਇਹਨਾਂ ਵਿੱਚੋਂ ਕਿਹੜਾ ਬੇਸਿਕ ਵੇਰੀਏਬਲ ਬਾਹਰ ਜਾ ਰਿਹਾ ਹੈ, ਸੋਲੂਸ਼ਨ ਨੂੰ ਲੀਵ ਕਰ ਰਿਹਾ ਆ। ਅਸੀਂ ਰੇਸ਼ੋ ਚੈੱਕ ਕੀਤੀ, ਔਰ ਅਸੀਂ ਜਦੋਂ ਰੇਸ਼ੋ ਚੈੱਕ ਕਰਨੀ ਆ ਖਿਆਲ ਰੱਖਣਾ ਆ ਕਿ X ਵਾਲੇ ਕਾਲਮ ਵਿੱਚ ਉਹ ਵੈਲਿਊਜ਼ ਜਿਹੜੀਆਂ ਜ਼ੀਰੋ ਜਾਂ ਨੈਗੇਟਿਵ ਆ ਉਹ ਅਸੀਂ ਕੰਸੀਡਰ ਨਹੀਂ ਕਰਨੀਆਂ, ਅਸੀਂ ਸਿਰਫ ਪੋਜ਼ੀਟਿਵ ਵੈਲਿਊ ਹੀ ਕੰਸੀਡਰ ਕਰਨੀ ਆ। ਅਗਰ ਅਸੀਂ ਇਹ ਫੋਲੋ ਕਰਾਂਗੇ ਤਾਂ ਡੀਜਨਰੇਸੀ ਦਾ ਸਾਨੂੰ ਫਰਦਰ ਈਜ਼ੀ ਰਹੇਗਾ ਕੰਮ, ਰਾਈਟ। ਮੈਂ ਰੇਸ਼ੋ ਕੈਲਕੂਲੇਟ ਕੀਤੀ, B ਡਿਵਾਈਡਡ ਬਾਈ X 175/3, 20/0 ਇਨਫਿਨਿਟੀ ਆ, ਇਹ ਸਾਨੂੰ ਕੰਸੀਡਰ ਕਰਨ ਦੀ ਲੋੜ ਨਹੀਂ, ਇਟ ਇਜ਼ ਇਗਨੋਰੇਬਲ ਵੈਲਿਊ 300/8। ਹੁਣ ਇਹਨਾਂ ਦੋਨਾਂ ਵਿੱਚੋਂ ਅਸੀਂ ਸਿਲੈਕਟ ਕਰਾਂਗੇ ਕਿ ਲੀਸਟ ਵੈਲਿਊ ਕਿਹੜੀ ਆ। ਸਾਡੇ ਕੋਲ ਲੀਸਟ ਵੈਲਿਊਜ਼ 300/8 ਨੂੰ ਮੈਂ ਸਿੰਪਲੀਫਾਈ ਕਰ ਦਿੱਤਾ, 75/2 ਬਣ ਗਿਆ, ਉਹ ਸਾਡੀ ਕੰਪੈਰੇਟਿਵਲੀ ਲੀਸਟ ਵੈਲਿਊ ਆ। ਔਰ ਇਹ ਵਾਲੀ ਰੋ ਸਾਡੀ ਹੁਣ ਕੀ ਰੋ ਬਣੇਗੀ, ਇਹ ਸਿਲੈਕਟ ਹੋਏਗੀ। ਜਿਹੜੀ ਰੋ ਦੇ ਵਿੱਚ ਇਹ ਵੇਰੀਏਬਲ S3 ਆ ਉਹ ਸੋਲੂਸ਼ਨ ਨੂੰ ਲੀਵ ਕਰੇਗਾ, ਲੀਵਿੰਗ ਵੇਰੀਏਬਲ ਹੋਏਗਾ, ਉਹਦੀ ਜਗ੍ਹਾ 'ਤੇ ਸਾਡੀ X ਦੀ ਵੈਲਿਊ ਜਿਹੜੀ ਆ ਉਹ ਇੰਟਰ ਕਰ ਜਾਏਗੀ, ਔਰ X ਦਾ ਕੋਫੀਸ਼ੀਐਂਟ CJ ਦੇ ਵਿੱਚ X ਦੇ ਸਾਹਮਣੇ ਆ ਜਾਏਗਾ, ਜਿਹੜਾ ਆਲਰੇਡੀ S3 ਦੇ ਸਾਹਮਣੇ ਸ਼ੋ ਹੋ ਰਿਹਾ ਸੀ।
ਔਰ ਜਿਹੜਾ ਕੀ ਰੋ ਸਾਡੀ ਹੁਣ ਯੈਲੋ ਕਲਰ ਵਾਲੀ ਆ ਔਰ ਗ੍ਰੀਨ ਵਾਲੀ ਸਾਡਾ ਕੀ ਕਾਲਮ ਆ, ਇਹਨਾਂ ਦਾ ਜਿਹੜਾ ਕਾਮਨ ਐਲੀਮੈਂਟ 8 ਆ, ਦੈਟ ਇਜ਼ ਕੀ ਐਲੀਮੈਂਟ। ਅਸੀਂ ਹੁਣ ਸਾਰੇ ਟੇਬਲ ਨੂੰ ਰਿਵਾਈਜ਼ ਕਰਨਾ ਆ। ਕਿਸ ਤਰ੍ਹਾਂ ਕਰਦੇ ਆ, ਜਿਹੜੀ ਰੋ ਅਸੀਂ ਸਿਲੈਕਟ ਕੀਤੀ ਆ ਇਸ ਸਾਰੀ ਰੋ ਦੇ ਨੂਮੈਰਿਕ ਵੈਲਿਊਜ਼ ਨੂੰ ਅਸੀਂ ਕੀ ਐਲੀਮੈਂਟ ਨਾਲ ਡਿਵਾਈਡ ਕਰਕੇ ਨਵੀਂ ਰੋ ਬਣਾਵਾਂਗੇ ਔਰ S3 ਦੀ ਜਗ੍ਹਾ ਤੇ x ਇੰਟਰ ਕਰ ਜਾਏਗਾ, 0 ਦੀ ਜਗ੍ਹਾ ਤੇ 50 ਕੋਫੀਸ਼ੀਐਂਟ ਆ ਜਾਏਗਾ। ਨੈਕਸਟ ਕੈਲਕੂਲੇਟ ਕਿਸ ਤਰ੍ਹਾਂ ਕਰਨਾ ਆਪਾਂ, ਸਾਰੀਆਂ 올ਡ ਵੈਲਿਊਜ਼ ਆਫ ਕੀ ਰੋ ਡਿਵਾਈਡਡ ਬਾਈ ਕੀ ਐਲੀਮੈਂਟ। ਇਹ 올ਡ ਵੈਲਿਊਜ਼ ਆ ਗਈਆਂ, ਇਹ ਸਾਡਾ ਕੀ ਐਲੀਮੈਂਟ ਆ ਗਿਆ ਔਰ ਡਿਵਾਈਡ ਕਰਨ ਤੋਂ ਬਾਅਦ ਸਾਡੀ ਗ੍ਰੀਨ ਰੋ ਦੇ ਵਿੱਚ ਨਿਊ ਵੈਲਿਊਜ਼ ਕ੍ਰੀਏਟ ਹੋ ਗਈਆਂ। ਇਹ ਵੈਲਿਊਜ਼ ਅਸੀਂ ਦੁਬਾਰਾ ਨਵਾਂ ਟੇਬਲ ਬਣਾ ਕੇ ਉਹਦੇ 'ਚ ਫਿਲ ਕਰ ਲਾਂਗੇ। ਸਾਡੇ ਕੋਲ ਥਰਡ ਰੋ ਦੀਆਂ ਵੈਲਿਊਜ਼ ਆ ਗਈਆਂ। ਫਸਟ ਔਰ ਸੈਕੰਡ ਰੋ ਦੇ ਸਾਨੂੰ ਬੇਸਿਕ ਵੇਰੀਏਬਲ ਤੇ ਕੋਫੀਸ਼ੀਐਂਟ ਪਤਾ, ਉਹ ਅਸੀਂ ਲਿਖ ਲਏ ਆ। ਵੈਲਿਊਜ਼ ਅਸੀਂ ਨਵੇਂ ਸਿਰਿਓਂ ਪਤਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਉਹਦੀਆਂ ਪੁਰਾਣੀਆਂ ਵੈਲਿਊਜ਼ ਦੇਖਾਂਗੇ। ਸਾਡੇ ਕੋਲ ਪੁਰਾਣੀਆਂ ਵੈਲਿਊਜ਼ ਕਿਹੜੀਆਂ ਆ। ਫਸਟ ਰੋ ਦੀ ਅਗਰ ਆਪਾਂ ਦੇਖੀਏ, ਫਸਟ ਰੋ ਦੀਆਂ ਵੈਲਿਊਜ਼ ਨੋਟ ਕਰ ਲਓ 175 3 5 1 0 0 ਔਰ ਜਿਹੜਾ ਕੀ ਕਾਲਮ ਸਿਲੈਕਟ ਕੀਤਾ ਸੀ ਉਹਦੇ ਵਿੱਚ ਇਸ ਰੋ ਦਾ ਕਿਹੜਾ ਐਲੀਮੈਂਟ ਆ ਰਿਹਾ, ਦੈਟ ਇਜ਼ ਐਲੀਮੈਂਟ ਕੋਰਸਪੋਂਡਿੰਗ ਟੂ ਕੀ ਐਲੀਮੈਂਟ, ਦੈਟ ਇਜ਼ 3। ਹੁਣ ਅਸੀਂ ਇਸ 3 ਨੂੰ ਨਵੀਂ ਕੀ ਰੋ ਨਾਲ ਮਲਟੀਪਲਾਈ ਕਰਕੇ ਇਸ ਰੋ ਦੀਆਂ ਸਾਰੀਆਂ ਵੈਲਿਊਜ਼ ਵਿੱਚੋਂ ਕੋਰਸਪੋਂਡਿੰਗ ਮਾਈਨਸ ਕਰਾਂਗੇ, ਰਾਈਟ। ਉਹਦਾ ਮੈਂ ਫਾਰਮੂਲਾ ਉੱਪਰ ਮੈਂਸ਼ਨ ਕੀਤਾ ਹੈ। ਮੈਂ ਸਭ ਤੋਂ 올ਡ ਵੈਲਿਊਜ਼ ਲਿਖ ਲਈਆਂ, ਇਹ ਕੀ ਐਲੀਮੈਂਟ ਦੇ ਕੋਰਸਪੋਂਡਿੰਗ ਐਲੀਮੈਂਟ, ਇਹ ਨਵੀਂ ਕੀ ਰੋ ਦੀਆਂ ਵੈਲਿਊਜ਼ ਔਰ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਲਿਆ ਔਰ ਇਹ ਵਾਲੇ ਕਾਲਮ ਵਿੱਚੋਂ ਮਾਈਨਸ ਕਰਕੇ ਜਿਹੜੀ ਸਾਡੀ ਵੈਲਿਊ ਬਣ ਗਈ ਇਹ ਸਾਡੇ ਕੋਲ ਆ ਗਿਆ, ਫਸਟ ਰੋ ਜਨਰੇਟ ਹੋ ਗਈ। ਹੁਣ ਅਸੀਂ ਥਰਡ ਰੋ ਜਨਰੇਟ ਕਰਾਂਗੇ। ਉਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਥਰਡ ਰੋ ਦੀਆਂ ਵੈਲਿਊਜ਼ ਸੈਕੰਡ ਰੋ ਦੀਆਂ ਵੈਲਿਊਜ਼ ਨੋਟ ਡਾਊਨ ਕਰ ਲੈਂਦੇ ਆ 20 0 1 0 1 0 ਔਰ ਇਹਦਾ ਜਿਹੜਾ ਕੋਰਸਪੋਂਡਿੰਗ ਐਲੀਮੈਂਟ ਆ ਕੀ ਕਾਲਮ ਵਿੱਚ, ਦੈਟ ਇਜ਼ 0। ਇਸ ਕਰਕੇ ਨਿਊ ਕੀ ਰੋ 0 ਨਾਲ ਮਲਟੀਪਲਾਈ ਹੋ ਕੇ ਇਸ ਰੋ ਵਿੱਚੋਂ ਮਾਈਨਸ ਹੋਏਗੀ। ਸਾਡੇ ਕੋਲ 올ਡ ਵੈਲਿਊਜ਼ ਲਿਖ ਦਿੱਤੀਆਂ, ਮੈਂ ਵੈਲਿਊ ਜਿਹੜੀਆਂ ਕੀ ਕਾਲਮ ਵਿੱਚ ਉਹ ਲਿਖ ਦਿੱਤੀਆਂ ਔਰ ਉਹਨੂੰ ਨਵੀਂ ਕੀ ਰੋ ਨਾਲ ਮਲਟੀਪਲਾਈ ਕੀਤਾ, ਸਾਰੀਆਂ ਵੈਲਿਊਜ਼ 0 ਹੋ ਗਈਆਂ ਕਿਉਂਕਿ ਸਾਡਾ ਕੋਫੀਸ਼ੀਐਂਟ 0 ਸੀ ਇਹਦੇ 'ਚ। ਔਰ ਅਗਰ ਅਸੀਂ 올ਡ ਵੈਲਿਊਜ਼ 'ਚੋਂ 0 ਮਾਈਨਸ ਕਰਾਂਗੇ ਉਹਨੂੰ ਕੋਈ ਅਸਰ ਨਹੀਂ ਆਏਗਾ, ਕੋਈ ਇਫੈਕਟ ਨਹੀਂ ਆਏਗਾ, ਸੇਮ ਵੈਲਿਊਜ਼ ਹੀ ਦੁਬਾਰਾ ਸੈਕਿੰਡ ਰੋ ਦਾ ਹਿੱਸਾ ਬਣ ਜਾਏਗੀ। ਹੁਣ ਅਸੀਂ ਦੁਬਾਰਾ ਸਾਰੀਆਂ ਵੈਲਿਊਜ਼ ਨੋਟ ਡਾਊਨ ਕਰਦੇ ਹਾਂ। ਫਸਟ ਰੋ ਦੀਆਂ ਵੈਲਿਊਜ਼, ਰਾਈਟ, ਸੈਕਿੰਡ ਰੋ ਦੀਆਂ ਵੈਲਿਊਜ਼ ਜਿਹੜੀ ਅਸੀਂ ਡਿਵੈਲਪ ਕੀਤੀ ਰੀਸੈਂਟਲੀ ਔਰ ਨਵੀਂ ਕੀ ਰੋ ਜਿਹੜੀ ਰਿਵਾਈਜ਼ਡ ਹੋ ਗਈ। ਹੁਣ ਸਾਡਾ ਨਿਊ ਟੇਬਲ ਕੰਪਲੀਟ ਹੋ ਗਿਆ। ਹੁਣ ਦੁਬਾਰਾ ਅਸੀਂ ਫਿਰ ਸੋਲੂਸ਼ਨ ਵੈਲਿਊਜ਼ ਕਾਊਂਟ ਕਰਦੇ ਹਾਂ ZJ ਦੇ ਨਾਲ। ਸੇਮ ਵੇ 0 × 125/2 ਪਲੱਸ 0 × 20 ਪਲੱਸ 50 × 75/2, ਇਹ ਸਾਡੇ ਕੋਲ ਆ ਗਿਆ 1875। ਇਹਨਾਂ ਤਿੰਨਾਂ ਦਾ ਸਮ ਕਰ ਲਿਆ। ਉੱਪਰ ਵਾਲੀਆਂ ਦੋਨੋਂ ਰੋ ਦੇ ਕੋਫੀਸ਼ੀਐਂਟਸ 0 ਹੈ, ਇਸ ਕਰਕੇ ਉੱਪਰ ਵਾਲੀਆਂ ਦੋਨੋਂ ਰੋ ਨੂੰ ਅਗਰ ਨਹੀਂ ਵੀ ਮਲਟੀਪਲਾਈ ਕਰੋਗੇ ਕੋਈ ਇਫੈਕਟ ਨਹੀਂ ਆਏਗਾ। ਅਸੀਂ ਸਿਰਫ ਥਰਡ ਰੋ ਨੂੰ ਹੀ ਕੋਰਸਪੋਂਡਿੰਗਲੀ ਮਲਟੀਪਲਾਈ ਕਰਦੇ ਜਾਂਦੇ ਹਾਂ। ਦੈਨ 50 × 1 50, 50 × 5/8 250/8, 50 × 0 50 × 0 ਐਂਡ 50 × 1/8। ਇਹ ਸਾਡੇ ਕੋਲ ਸੋਲੂਸ਼ਨ ਵੈਲਿਊਜ਼ ਆ ਗਈਆਂ ZJ ਦੀਆਂ। ਹੁਣ ਅਸੀਂ CJ ਵਾਲੇ ਕਾਲਮ ਦੇ ਵਿੱਚੋਂ ਇਹਨਾਂ ਨੂੰ ਮਾਈਨਸ ਕਰਾਂਗੇ। 50 - 50 0 ਹੋ ਗਿਆ, 40 - 250/8 ਇਹ 70/8 ਆ ਗਿਆ ਔਰ ਦੈਨ 0 - 0 0 - 0 ਸਾਡੇ ਕੋਲ ਇੱਕੋ ਹੀ ਪੋਜ਼ੀਟਿਵ ਵੈਲਿਊ ਹੈ 70/8, ਰਾਈਟ। ਔਰ ਜਦੋਂ ਸਾਡੇ ਕੋਲ ਇੱਕੋ ਹੀ ਪੋਜ਼ੀਟਿਵ ਵੈਲਿਊ ਆ, ਇਟ ਮੀਨ ਨੈਚੁਰਲ ਹੈ ਕਿ ਉਹੀ ਵੈਲਿਊ ਸਿਲੈਕਟ ਹੋ ਜਾਏਗੀ ਔਰ ਜਿਹੜੀ ਵੈਲਿਊ ਉਹ ਜਿਹਨੂੰ ਬਿਲੋਂਗ ਕਰ ਰਹੀ ਆ ਉਹ ਸਾਡਾ ਜਿਹੜਾ ਕਾਲਮ ਹੈਗਾ ਆ ਉਹ ਸਾਡਾ ਕੀ ਕਾਲਮ ਬਣ ਜਾਏਗਾ। ਅਸੀਂ ਮੋਸਟ ਪੋਜ਼ੀਟਿਵ ਵੈਲਿਊ ਸਿਲੈਕਟ ਕਰ ਲਈ ਔਰ ਉਹ ਸਾਡਾ ਕੀ ਕਾਲਮ ਬਣ ਗਿਆ ਔਰ ਜਿਹੜਾ ਕੀ ਕਾਲਮ ਦਾ ਵੇਰੀਏਬਲ ਹੈ y ਉਹ ਸਾਡਾ ਇੰਟਰਿੰਗ ਵੇਰੀਏਬਲ ਬਣ ਗਿਆ। ਔਰ ਹੁਣ ਇਸ ਕੀ ਰੋ ਦੀ ਅਸੀਂ ਸੋਲੂਸ਼ਨ ਦੇ ਨਾਲ ਰੇਸ਼ੋ ਦੇਖਾਂਗੇ ਔਰ ਉਹਦੇ ਵਿੱਚੋਂ ਲੀਸਟ ਵੈਲਿਊ ਸਿਲੈਕਟ ਕਰਾਂਗੇ। 125/2 ਨੂੰ ਮੈਂ 25/8 ਨਾਲ ਡਿਵਾਈਡ ਕੀਤਾ 20 ਬਣ ਗਿਆ, 20/1 20 ਹੋ ਗਿਆ ਐਂਡ 75/2 ਨੂੰ ਮੈਂ 5/8 ਨਾਲ ਡਿਵਾਈਡ ਕੀਤਾ 60 ਬਣ ਗਿਆ। ਹੁਣ ਅਗੇਨ ਅਸੀਂ ਉਹੀ ਰੂਲ ਰੱਖਣਾ ਕਿ ਅਸੀਂ ਉਹ ਸਿਰਫ ਉਹੀ ਰੇਸ਼ੋ ਦੇਖਣੀਆਂ ਜਿਹੜੀਆਂ ਸਾਡੇ ਕੋਲ y ਦੀਆਂ ਵੈਲਿਊਜ਼ y ਕਾਲਮ ਵਾਲੀਆਂ ਵੈਲਿਊਜ਼ ਪੋਜ਼ਿਟਿਵ ਆ। ਬਾਈ ਚਾਂਸ ਸਾਰੀਆਂ ਵੈਲਿਊਜ਼ ਪੋਜ਼ਿਟਿਵ ਆ, ਇਸ ਕਰਕੇ ਅਸੀਂ ਤਿੰਨੋਂ ਰੇਸ਼ੋ ਕੰਸੀਡਰ ਕਰਾਂਗੇ ਔਰ ਇਹਨਾਂ ਵਿੱਚੋਂ ਲੀਸਟ ਰੇਸ਼ੋ ਅਸੀਂ ਸਿਲੈਕਟ ਕਰਨੀ ਹੁੰਦੀ ਹੈ। ਐਂਡ ਹੇਅਰ ਇਜ਼ ਦਾ ਪ੍ਰੋਬਲਮ, ਜਦੋਂ ਸਾਡੇ ਕੋਲ ਦੋ ਲੀਸਟ ਰੇਸ਼ੋ ਇੱਕੋ ਜਿਹੀਆਂ ਹੋ ਗਈਆਂ ਇਟ ਮੀਨਸ ਨੈਕਸਟ ਆਉਣ ਵਾਲੇ ਟੇਬਲ 'ਚ ਡੀਜਨਰੇਸੀ ਆ ਰਹੀ ਹੈ, ਰਾਈਟ। ਉਹਦੇ ਵਾਸਤੇ ਅਲੱਗ-ਅਲੱਗ ਬੁੱਕਸ ਵਿੱਚ ਅਲੱਗ-ਅਲੱਗ ਮੈਥਡ ਮੈਂਸ਼ਨ ਆ, ਅਲੱਗ-ਅਲੱਗ ਆਥਰਸ ਨੇ ਅਲੱਗ-ਅਲੱਗ ਮੈਥਡਸ ਮੈਂਸ਼ਨ ਕੀਤੇ, ਬਟ ਸਭ ਤੋਂ ਈਜ਼ੀ ਬਲੈਂਡ ਨੇ ਮੈਥਡ ਮੈਂਸ਼ਨ ਕੀਤਾ ਸੀ। ਉਹਨੇ ਬੜਾ ਸਿੰਪਲ ਜਿਹਾ ਕਿਹਾ ਸੀਗਾ ਕਿ ਜਦੋਂ ਵੀ ਦੋ ਰੋ ਦੀ ਰੇਸ਼ੋ ਸੇਮ ਆ ਜਾਵੇ ਤੇ ਤੁਸੀਂ ਟੌਪ ਰੋ ਸਿਲੈਕਟ ਕਰ ਲਓ। ਸਮਵਨ ਨੂੰ S ਦੀ ਰੇਸ਼ੋ ਨਾਲ ਵੀ ਕੰਪੇਅਰ ਕਰਦੇ ਆ, ਮੈਨੂੰ ਲੱਗਦਾ ਉਹ ਜ਼ਿਆਦਾ ਬੈਨੀਫੀਸ਼ੀਅਲ ਨਹੀਂ ਹੈਗੀ, ਇਸ ਕਰਕੇ ਮੈਂ ਸਿੰਪਲ ਰੂਲ ਲੈ ਕੇ ਚੱਲ ਰਿਹਾ ਹਾਂ ਕਿ ਟੇਬਲ ਦੇ ਵਿੱਚੋਂ ਦੋਨਾਂ ਰੋ ਵਿੱਚੋਂ ਟੌਪ ਵਾਲੀ ਰੋ ਕਿਹੜੀ ਆ। ਸਾਡੇ ਕੋਲ ਫਸਟ ਔਰ ਸੈਕੰਡ ਸੀ, ਇਸ ਕਰਕੇ ਮੈਂ ਫਸਟ ਵਾਲੀ ਰੋ ਸਿਲੈਕਟ ਕਰੂੰਗਾ
और फर्स्ट वाली रो सिलेक्ट करने तो बाद की कॉलम मेरा वाई सी और की रो मेरी S1 वाली हो गई और कोफिशिएंट और की एलीमेंट आ गया मेरा 25/8 आ गया। राइट, हुण उहदा इफैक्ट आपां नैक्सट टेबल 'ਚ देखांगे। सब तो पहला आपां फर्स्ट रो नूं रिवाइज़ करिए, की एलीमेंट नाल थ्रू आउट डिवाइड करना और साडा S1 एग्जिट करेगा, वाई इंटर करेगा और वाई दा कोफिशिएंट उहदे 'ਚ इंटर कर जाएगा। हुण आपां दुबारा फिर सारियां वैल्यू कैलकुलेट करिए, की रो दियां ओल्ड वैल्यूज़ ਉਹਨੂੰ ਮੈਂ ਡਿਵਾਈਡ ਕਰ ਰਿਹਾ ਹਾਂ ਕੀ ਐਲੀਮੈਂਟਸ ਦੇ ਨਾਲ ਔਰ ਇਹ ਮੇਰੀਆਂ ਨਿਊ ਵੈਲਿਊਜ਼ ਆ ਗਈਆਂ ਕੀ ਰੋ ਦੀਆਂ, ਇਹਨੂੰ ਮੈਂ ਨਵੇਂ ਟੇਬਲ ਦੇ ਵਿੱਚ ਨੋਟ ਡਾਊਨ ਕਰ ਲਿਆ। ਨੈਕਸਟ ਹੁਣ ਆਪਾਂ ਸੈਕਿੰਡ रो ਡਿਵੈਲਪ ਕਰਨੀ ਆ। ਸੈਕਿੰਡ रो ਦਾ ਕੋਫੀਸ਼ੀਐਂਟ S2 ਔਰ 0 ਸੇਮ ਰਹੇਗਾ। ਇਸੇ ਤਰ੍ਹਾਂ ਸੋਲੂਸ਼ਨ ਵੈਲਿਊ ਆ ਰਹੀਆਂ ਸਾਡੇ ਕੋਲ 20 ਔਰ ਪੂਰੀ ਰੋ ਅਸੀਂ ਨੋਟ ਡਾਊਨ ਕਰ ਲਈ ਹੈ 20 0 1 0 1 ਐਂਡ 0 ਔਰ ਇਹਦਾ ਕੋਰਸਪੋਂਡਿੰਗ ਐਲੀਮੈਂਟ ਆ ਕੀ ਕਾਲਮ ਦਾ, ਦੈਟ ਇਜ਼ 1 मीनस न्यू की रो नूं 1 नाल मल्टीप्लाई करके 20 वाली रो विचों माइनस कर दो। राइट, ये मैं ओल्ड वैल्यूज़ लिख लईआं, ये एलीमेंट कोरसपोंडिंग टू की एलीमेंट, ये न्यू की रो जिहड़ी डिवेलप कीती सी इन्हां दोनां नूं मल्टीप्लाई करता, सैकेंड और थर्ड नूं बी और सी नूं और इहदे विचों माइनस कीता और साडे कोल वैल्यूज़ आ गईआं, उहनूं असीं नोट डाउन कर लिया। दैट इज़ द सिचुएशन। देखो हुण साडे कोल सलूशन वैल्यू 0 बन गई। ਇਹਨੂੰ ਆਪਾਂ ਕਹਿ ਰਹੇ ਹਾਂ ਕਿ ਸਾਡਾ ਡੀਜਨਰੇਸੀ ਆ ਗਈ। ਹੁਣ ਸਾਡੇ ਸੋਲੂਸ਼ਨ ਨੂੰ ਕਿੰਨਾ ਇਫੈਕਟ ਕਰਦੀ ਆ ਇਹ ਆਪਾਂ ਨੈਕਸਟ ਸਟੇਜ ਤੇ ਚੈੱਕ ਕਰਦੇ ਹਾਂ। ਇਸ ਤੋਂ ਬਾਅਦ ਆਪਾਂ ਥਰਡ रो ਡਿਵੈਲਪ ਕਰਾਂਗੇ। ਪਹਿਲੀਆਂ ਦੋ रो ਅਸੀਂ ਪੁਰਾਣੀਆਂ ਡਿਵੈਲਪ ਕਰ ਚੁੱਕੇ ਹਾਂ। ਥਰਡ रो ਸਾਡੀ ਹੈ 75/2 1 5/8 0 0 1/8। ਅਸੀਂ ਸਾਰੀਆਂ ਵੈਲਿਊਜ਼ ਲਿਖ ਲਈਆਂ। ਉਹਦੇ ਚੋਂ ਕੀ ਕਾਲਮ ਦੀਆਂ ਦੇ ਕੋਰਸਪੋਂਡਿੰਗ ਐਲੀਮੈਂਟ ਜਿਹੜਾ ਸਾਡੇ ਕੋਲ ਸੀਗਾ, ਸਾਡੇ ਕੋਲ 5/8 ਆ ਰਿਹਾ ਸੀਗਾ ਤੇ 5/8 और उस तो बाद न्यू की रो जी बनी सी इन्होंने दोनों मल्टीप्लाई करके साढ़े को B इंटू C जो साढ़े को वैल्यूज़ आईयां उन्होंने असीं ए दे विचों माइनस कर लिया। थर्ड रो साडी ग्रीन कॉलम दे विच डिवेलप हो गई। असीं हुण इहनूं नैक्सट टेबल दे विच सारियां दियां सारियां रोज़ लिख लईआं। राइट, साढ़े कोल 3 रो आ गईआं और सैकेंड रो दे विच साडे कोल सलूशन वैल्यू जिहड़ी आ वो 0 आ रही है। मीनस साडा सलूशन डीजनरेट हो चुका है, बट ये साडे ते इफैक्ट पा रहा है कि नहीं पा रहा, ये असीं नैक्सट चैक करांगे जदों असीं रेशो डिवेलप करांगे। जड जे दियां वैल्यू असीं कैलकुलेट कीतियां 40 × 20 प्लस 50 × 25 2050 हो गई। फर्स्ट कॉलम 40 × 0 प्लस 50 × 1 50 हो गया। दैन 40 × 1 प्लस 50 × 0 40 हो गया। दैन S1 वाला कॉलम 40 × 8 ओवर 25 प्लस 50 × -5/25 उन्होंने मल्टीप्लाई करके लास्ट वाला माइनस करांगे तो साढ़े को 70/25 आ गया। और S2 वाला कॉलम फर्स्ट रो और थर्ड रो विच 0 आ, इस करके 0 बन गया सारा सम करके। और लास्ट कॉलम 40 × -3/25 है और 50 × 5/25 है। ये मल्टीप्लाई करके सम किया 130/25 आ गया। और हुण असी नैक्सट CJ - ZJ कैलकुलेट करांगे। CJ - ZJ कैलकुलेट करके असी देख रहे हैं कि साड़ियाँ सारियाँ वैल्यूज़ 0 या नैगेटिव बन रही हैं। इस करके साडा सलूशन ऑप्टिमम है। मीन साडे उत्ते डीजनरेसी ने इफैक्ट नहीं पाया। बट सम टाइम इस तो नैक्सट टेबल भी बन जाता है। अगर इदां दी सिचुएशन आ जाए तो फिर असी की करना है। हुण इस केस में साडे सारे शैडो प्राइसिस 0 आ या नैगेटिव आ, सलूशन ऑप्टिमम आ। और साडे नॉन बेसिक वेरीएबल जिहड़े साडे कोल बेसिक वेरीएबल वाले कॉलम विच नहीं लिखे हुए, दैट इज़ S1 और S3, उन्हां दियां वैल्यूज़ नॉन जीरो आ, नैगेटिव आ। ऑप्टिमम तो है ही है, इन्हां दा सलूशन भी यूनीक आ, मल्टीपल ऑप्टिमल नहीं हैगा। मल्टीपल ऑप्टिमल की ज़्यादा डिटेल आपां नैक्सट वीडियो विच विद एग्जाम्पल भी करांगे। इत्थे साडा सलूशन फाइनल अचीव हो गया। बट डीजनरेसी ने साडे सलूशन ते इफैक्ट नहीं पाया बिकॉज साडा वो लास्ट टेबल सी। साडा सलूशन आ गया x = 25, y = 20 और z साडा 2050 होएगा। हुण मैं थोड़ा जिहा एक्सप्लेन करना चाहूँगा कि अगर सिचुएशन कुछ होर हुंदी तो फिर असी की करदे। मान लो अगर इस सलूशन तो बाद साडा S1 की कॉलम बन जाता, इंटरिंग वेरीएबल बन जाता, ये है ही नहीं सिचुएशन बट अज्यूम कर लो, उन्होंने मैं वायलट कलर च शो कर रहा। मान लो ये साडा सलूशन वैल्यू बन जाती, फिर असी की करना सी, फिर आप जो रेशो देखनी सी 20/8/25 125/2 आ जानी सी, 0/-1
-8/25 और 25 बाय -2/25। मैं ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀਆਂ ਉਸ ਕਾਲਮ ਦੀਆਂ ਨੈਗੇਟਿਵ ਜਾਂ ਜ਼ੀਰੋ ਵੈਲਿਊਜ਼ ਹੋਣਗੀਆਂ ਉਹਨੂੰ ਅਸੀਂ ਕੰਸੀਡਰ ਨਹੀਂ ਕਰਨਾ। ਇਸ ਕਰਕੇ ਇਦਾਂ ਦਾ ਅਗਰ ਕੇਸ ਹੋ ਗਿਆ, ਸੈਕੰਡ ਔਰ ਥਰਡ ਰੋ ਅਸੀਂ ਕੰਸੀਡਰ ਹੀ ਨਹੀਂ ਕਰਨੀ, ਫਸਟ ਰੋ ਹੀ ਸਾਡੀ ਲੀਵਿੰਗ ਕੀ ਰੋ ਬਣ ਜਾਏਗੀ ਔਰ ਵਾਈ ਹੀ ਸਾਡਾ ਲੀਵਿੰਗ ਵੇਰੀਏਬਲ ਬਣ ਜਾਏਗਾ। ਰਾਈਟ, ਖਿਆਲ ਰੱਖੋ ਅਗਰ ਸਾਡਾ ਨੈਕਸਟ ਕਾਲਮ ਬਣਦਾ ਹੈ ਤੇ ਉਸ ਕਾਲਮ ਦੇ ਵਿੱਚ ਅਸੀਂ ਰੇਸ਼ੋ ਸਿਰਫ ਉਹਨਾਂ ਵੈਲਿਊਜ਼ ਦੀ ਲੈਣੀ ਆ ਜਿਹੜੀਆਂ ਵੈਲਿਊਜ਼ ਪੋਜ਼ਿਟਿਵ ਆ, ਜ਼ੀਰੋ ਔਰ ਨੈਗੇਟਿਵ ਦੀ ਨਹੀਂ ਲੈਣੀ। ਉਹਦੇ ਨਾਲ ਅਸੀਂ ਕਾਫੀ ਕੁਝ ਸੋਲੂਸ਼ਨ ਸਾਡੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਸਾਡੀਆਂ ਸੌਰਟ ਆਊਟ ਹੋ ਜਾਣਗੀਆਂ। ਅਗਲੀ ਇੱਕ ਹੋਰ ਸਿਚੁਏਸ਼ਨ ਬਣਾਉਂਦੇ ਆ। ਮੰਨ ਲਓ ਸਾਡੀ ਕੀ ਕਾਲਮ S3 ਬਣ ਗਿਆ। ਰਾਈਟ, ਅਜ਼ਿਊਮ ਕਰ ਰਹੇ ਹਾਂ ਕਿ ਸਾਡਾ ਸੋਲੂਸ਼ਨ ਸਪੋਜ਼ ਕਰੋ ਆਪਟੀਮਮ ਨਹੀਂ ਆਇਆ ਔਰ S3 ਸਾਡਾ ਕੀ ਕਾਲਮ ਬਣ ਗਿਆ। ਇਸ ਕੇਸ ਵਿੱਚ ਹੁਣ 20 ਦੀ ਅਸੀਂ -3/25 ਹੈ, ਇਹ ਰੇਸ਼ੋ ਅਸੀਂ ਦੇਖਣੀ ਨਹੀਂ ਕਿਉਂਕਿ ਨੈਗੇਟਿਵ ਆ, ਨੈਗੇਟਿਵ ਵੈਲਿਊਜ਼ ਦੀ ਰੇਸ਼ੋ ਨਹੀਂ ਦੇਖਣੀ। ਸੈਕੰਡ ਹੈ 0/3/25, 0 ਬਣ ਗਿਆ ਔਰ ਥਰਡ ਹੈ 25/5/25, 125। ਇੱਥੇ ਅਸੀਂ ਫਿਰ 0 ਵਾਲੀ ਰੋ ਸਿਲੈਕਟ ਕਰਾਂਗੇ ਔਰ ਸਾਰੇ ਸੋਲੂਸ਼ਨ ਨੂੰ ਦੁਬਾਰਾ ਤੋਂ ਰਿਵਾਈਜ਼ ਕਰਾਂਗੇ। ਰਾਈਟ, ਅਗਰ ਮੀਨਸ ਇਦਾਂ ਦੀ ਸਿਚੁਏਸ਼ਨ ਆਉਂਦੀ ਹੈ ਤੇ ਉਹਦੇ ਵਾਸਤੇ ਆਪਣੇ ਕੋਲ ਇਹ ਵੇ ਹੈ। ਤੁਸੀਂ ਕੁਐਸਚਨ ਸੋਲਵ ਕਰਕੇ ਦੇਖ ਸਕਦੇ ਆ। ਅਗਰ ਕੁਐਸਚਨ 'ਚ ਪ੍ਰੋਬਲਮ ਆ ਰਹੀ ਹੈ, ਕਨਫਿਊਜ਼ਨ ਆ ਰਹੀ ਹੈ, ਤੁਸੀਂ ਮੈਨੂੰ ਕੁਐਸਚਨ ਕਲਿੱਕ ਕਰਕੇ ਫੇਸਬੁੱਕ ਗਰੁੱਪ ਦੇ ਵਿੱਚ ਭੇਜ ਸਕਦੇ ਆ, ਈਮੇਲ 'ਚ ਭੇਜ ਸਕਦੇ ਆ, ਕਮੈਂਟਸ 'ਚ ਲਿਖ ਸਕਦੇ ਆ, ਮੈਂ ਉਹਨੂੰ ਦੁਬਾਰਾ ਤੋਂ ਤੁਹਾਨੂੰ ਰਿਵਰਟ ਕਰੂੰਗਾ। ਇਸ ਤੋਂ ਇਲਾਵਾ ਕੁਛ ਹੋਰ ਗੱਲਾਂ ਜਿਹੜੀਆਂ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਆ ਕਿ ਅਗਰ ਸਾਡੀ ਡੀਜਨਰੇਸੀ ਸਾਨੂੰ ਤੋਂ ਪਹਿਲਾਂ ਜੋ ਸਿਚੁਏਸ਼ਨ ਬਣੀ ਸੀ ਉਹਦੇ ਸਾਡੇ ਕੋਲ ਅਗਰ ਆਰਟੀਫਿਸ਼ੀਅਲ ਵੇਰੀਏਬਲ ਔਰ ਸਲੈਕ ਵੇਰੀਏਬਲ ਦੋਨਾਂ ਦੇ ਵਿੱਚ ਚੋਇਸ ਬਣ ਜਾਵੇ, ਮੀਨਸ ਜਿਹੜੀ ਇੱਕ ਰੋ ਆ ਉਹਦੇ 'ਚ ਆਰਟੀਫਿਸ਼ੀਅਲ ਵੇਰੀਏਬਲ ਆ, ਦੂਸਰੀ ਰੋ ਦੇ ਵਿੱਚ ਸਲੈਕ ਵੇਰੀਏਬਲ ਆ, ਤੇ ਦੋਨਾਂ ਦੇ ਵਿੱਚੋਂ ਅਸੀਂ ਆਰਟੀਫਿਸ਼ੀਅਲ ਵੇਰੀਏਬਲ ਨੂੰ ਸਿਲੈਕਟ ਕਰਨਾ ਆ ਐਗਜ਼ਿਟ ਵੇਰੀਏਬਲ ਦੇ ਤੌਰ 'ਤੇ। ਠੀਕ ਹੈ, ਅਸੀਂ ਕੰਪੇਅਰ ਕਰਨ ਦੀ ਲੋੜ ਨਹੀਂ, ਅਸੀਂ ਟੌਪ ਔਰ ਬਾਟਮ ਨਹੀਂ ਦੇਖਣਾ, ਸਿੰਪਲੀ ਆਰਟੀਫਿਸ਼ੀਅਲ ਰਿਮੂਵ ਕਰ ਦਿਓ ਕਿਉਂਕਿ ਆਰਟੀਫਿਸ਼ੀਅਲ ਨੂੰ ਰਿਮੂਵ ਕਰਨਾ ਸਾਡੀ ਪਹਿਲੀ ਪ੍ਰਾਇੋਰਟੀ ਹੈ। ਲੇਕਿਨ ਅਗਰ ਟਾਈ ਦੋਨੋਂ ਆਰਟੀਫਿਸ਼ੀਅਲ ਜਾਂ ਦੋਨੋਂ ਸਲੈਕ ਵਿੱਚ ਬਣ ਰਹੀ ਹੈ ਫਿਰ ਤੁਸੀਂ ਟੌਪ ਮੋਸਟ ਰੋ ਦੇਖਣੀ ਆ ਐਗਜ਼ਿਟ ਵੇਰੀਏਬਲ ਬਣਾਉਣ ਵਾਸਤੇ। ਠੀਕ ਹੈ, ਉਹਨਾਂ ਦੋਨਾਂ ਵਿੱਚੋਂ ਜ਼ਿਆਦਾ ਟੇਬਲ ਦੇ ਵਿੱਚ ਟੌਪ 'ਤੇ ਕਿਹੜੀ ਆ ਅਸੀਂ ਉਹ ਲੈ ਲੈਣੀ ਆ। ਇਸ ਤੋਂ ਇਲਾਵਾ ਜ਼ਿਆਦਾ ਕੋਈ ਹੋਰ ਕਨਫਿਊਜ਼ਨ ਲੈਣ ਦੀ ਲੋੜ ਨਹੀਂ। ਲੇਕਿਨ ਅਗਰ ਡੀਜਨਰੇਸੀ ਆ ਜਾਂਦੀ ਆ ਰਾਈਟ ਹੈਂਡ ਸਾਈਡ ਜਾਂ ਰਾਈਟ ਹੈਂਡ ਸਾਈਡ ਕੰਸਟ੍ਰੇਂਟ ਆਲਰੇਡੀ ਜ਼ੀਰੋ ਹੈਗੀਆਂ ਆ ਇਨੀਸ਼ੀਅਲ ਸੋਲੂਸ਼ਨ 'ਚ, ਫਿਰ ਅਸੀਂ ਉਹ ਰੇਸ਼ੋ ਸਿਲੈਕਟ ਕਰਨੀ ਆ ਜਿਹੜੀ ਲੀਸਟ ਆ। ਬਟ ਖਿਆਲ ਰੱਖਣਾ ਕਿ ਜਿਹੜਾ ਡਿਨੋਮੀਨੇਟਰ ਵੈਲਿਊਜ਼ ਆ ਉਹਦੇ ਵਿੱਚ ਅਸੀਂ ਜ਼ੀਰੋ ਜਾਂ ਨੈਗੇਟਿਵ ਵੈਲਿਊ ਨੂੰ ਕੰਸੀਡਰ ਨਹੀਂ ਕਰਨਾ, ਸਿਰਫ ਪੋਜ਼ਿਟਿਵ ਵੈਲਿਊ ਦੀ ਹੀ ਅਸੀਂ ਰੇਸ਼ੋ ਦੇਖਣੀ ਆ। ਇਹਦੇ ਨਾਲ ਥੋੜ੍ਹਾ ਈਜ਼ੀ ਹੋ ਜਾਏਗਾ ਤੁਹਾਡੇ ਵਾਸਤੇ। ਇੱਕ ਵਾਰ ਇਹਨੂੰ ਚੈੱਕ ਕਰੋ, ਅਗਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮੈਨੂੰ ਦੱਸੋ ਔਰ ਕਮੈਂਟ 'ਚ ਨੋਟ ਡਾਊਨ ਕਰੋ। ਅਗਰ ਕੋਈ ਪ੍ਰੋਬਲਮ ਆ ਰਹੀ ਹੈ ਇਸ ਤੋਂ ਬਾਅਦ ਮੈਂ ਫਰਦਰ ਜਿਹੜੇ ਹੋਰ ਸਪੈਸ਼ਲ ਕੇਸਿਸ ਆ ਮਲਟੀਪਲ ਆਪਟੀਮਲ ਸੋਲੂਸ਼ਨ ਔਰ ਅਨਬਾਊਂਡਡ ਸੋਲੂਸ਼ਨ ਨੈਕਸਟ ਵੀਡੀਓ ਮੈਂ ਉਹ ਛੇਤੀ ਅਪਲੋਡ ਕਰ ਰਿਹਾ ਹਾਂ। ਕਿਸ ਤਰ੍ਹਾਂ ਦੀ ਵੀ ਕੋਈ ਫੀਡਬੈਕ ਹੋਵੇ ਤੁਸੀਂ ਦੇ ਸਕਦੇ ਆ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ। ਟੇਕ ਕੇਅਰ।